Good morning, students. How are you? I wish you all are fine and healthy. ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ ਕਿ ਤੁਸੀਂ +1 ਕਲਾਸ ਵਿੱਚ ਪ੍ਰਮੋਟ ਹੋ ਗਏ ਹੋ ਅਤੇ ਤੁਹਾਡਾ +1 ਕਲਾਸ ਦੇ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ ਇਤਿਹਾਸ ਦਾ ਫਸਟ ਚੈਪਟਰ ਸਿੰਧ ਘਾਟੀ ਦੀ ਸਭਿਅਤਾ ਬਾਰੇ ਪੜ੍ਹਾਂਗੇ। ਇਸ ਬਾਰੇ ਪੜ੍ਹਨ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਇਤਿਹਾਸ ਕੀ ਹੈ ਅਤੇ ਅਸੀਂ ਇਸ ਦਾ ਅਧਿਐਨ ਕਿਉਂ ਕਰਦੇ ਹਾਂ, ਮਤਲਬ ਕਿ ਇਤਿਹਾਸ ਦਾ ਅਧਿਐਨ ਕਿਉਂ ਜ਼ਰੂਰੀ ਹੈ। ਦੇਖੋ, ਇਤਿਹਾਸ ਕੀ ਹੈ? ਇਤਿਹਾਸ ਹੈ ਅਤੀਤ ਦੀਆਂ ਘਟਨਾਵਾਂ ਦਾ ਅਧਿਐਨ, ਮਤਲਬ ਕਿ ਇਤਿਹਾਸ ਸਾਡੀਆਂ ਅਤੀਤ ਦੀਆਂ ਘਟਨਾਵਾਂ ਦਾ ਅਧਿਐਨ ਹੈ ਅਤੇ ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਜਿਹੜਾ ਮਨੁੱਖ ਆ ਉਹ ਕਿਵੇਂ ਰਹਿੰਦਾ ਸੀ ਅਤੇ ਕਿੱਦਾਂ ਆਪਣਾ ਜੀਵਨ ਗੁਜ਼ਾਰਦਾ ਸੀ ਅਤੇ ਕਿੱਦਾਂ ਸਮੇਂ ਦੇ ਨਾਲ ਉਸ ਦਾ ਵਿਕਾਸ ਹੋਇਆ, ਭਾਵ ਕਿ ਜਿਹੜੀਆਂ ਸੱਭਿਅਤਾਵਾਂ ਦਾ ਵਿਕਾਸ ਕਿਵੇਂ ਹੋਇਆ। ਪਰ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਜੋ ਸਮਾਂ ਬੀਤ ਚੁੱਕਿਆ ਹੈ ਉਸ ਦਾ ਅਧਿਐਨ ਕਿਉਂ ਕੀਤਾ ਜਾਵੇ, ਅਤੇ ਤੁਸੀਂ ਇਹ ਵੀ ਸੋਚੋਗੇ ਕਿ ਇਹ ਫਜ਼ੂਲ ਅਤੇ ਨਿਰਰਥਕ ਹੈ, ਮਤਲਬ ਕਿ ਇਸ ਦਾ ਅਧਿਐਨ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਸਾਰੀਆਂ ਘਟਨਾਵਾਂ ਬੀਤ ਚੁੱਕੀਆਂ ਹੈ ਅਤੇ ਬੀਤ ਚੁੱਕੀਆਂ ਘਟਨਾਵਾਂ ਦਾ ਅਧਿਐਨ ਕਰਨ ਦਾ ਕੋਈ ਫਾਇਦਾ ਨਹੀਂ। ਪਰ ਅਜਿਹੀ ਗੱਲ ਨਹੀਂ ਹੈ। ਇਤਿਹਾਸ ਦਾ ਅਧਿਐਨ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਸੇ ਨੇ ਬਹੁਤ ਠੀਕ ਕਿਹਾ ਹੈ ਕਿ ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ, ਮਤਲਬ ਕਿ ਆਪਾਂ ਆਪਣਾ ਭਵਿੱਖ ਜੇ ਚੰਗਾ ਬਣਾਉਣਾ ਚਾਹੁੰਦੇ ਹਾਂ ਅਤੇ ਉਸ ਦੇ ਲਈ ਇਤਿਹਾਸ ਦਾ ਅਧਿਐਨ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਅਤੇ ਜਾਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਵੇਂ ਪਹੁੰਚੇ, ਭਾਵ ਕਿ ਸੱਭਿਅਤਾਵਾਂ ਦਾ ਵਿਕਾਸ ਕਿਵੇਂ ਹੋਇਆ, ਮਤਲਬ ਕਿ ਹੁਣ ਤੱਕ ਜੋ ਵੀ ਵਿਕਾਸ ਹੋਇਆ ਹੈ ਉਹ ਕਿਵੇਂ ਹੋਇਆ ਹੈ। ਇਹ ਸਭ ਸਾਨੂੰ ਇਤਿਹਾਸ ਦੇ ਅਧਿਐਨ ਤੋਂ ਪਤਾ ਚੱਲਦਾ ਹੈ। ਇਤਿਹਾਸ ਤੋਂ ਹੀ ਸਾਨੂੰ ਇਹ ਪਤਾ ਚੱਲਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਕਿਹੜੇ ਮਹਾਨ ਆਦਮੀ ਹੋਏ ਆ, ਮਤਲਬ ਕਿ ਉਹਨਾਂ ਨੇ ਕਿਹੜੇ ਮਹਾਨ ਕੰਮ ਕੀਤੇ ਆ। ਉਹਨਾਂ ਦੇ ਕੰਮਾਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਵੀ ਅੱਗੇ ਇਸ ਤਰ੍ਹਾਂ ਦੇ ਕੰਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਨੂੰ ਇਤਿਹਾਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪ੍ਰਾਚੀਨ ਕਾਲ ਦੇ ਵਿੱਚ ਸਾਡੇ ਜਿਹੜੇ ਪੂਰਵਜ ਸੀ, ਸਾਡੇ ਵੱਡੇ ਵਡੇਰੇ ਸੀ, ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਅਤੇ ਜਿਨ੍ਹਾਂ ਗਲਤੀਆਂ ਕਰਕੇ ਸਾਡਾ ਦੇਸ਼ ਗੁਲਾਮ ਹੋ ਗਿਆ ਸੀ। ਉਹਨਾਂ ਗਲਤੀਆਂ ਨੂੰ ਆਪਾਂ ਦੁਬਾਰਾ ਨਾ ਕਰੀਏ, ਭਾਵ ਕਿ ਉਹ ਗਲਤੀਆਂ ਨੂੰ ਆਪਾਂ ਨਾ ਦੁਹਰਾਈਏ। ਇਹ ਸਭ ਕੁਝ ਸਾਨੂੰ ਇਤਿਹਾਸ ਦੇ ਅਧਿਐਨ ਤੋਂ ਹੀ ਪਤਾ ਚੱਲਦਾ ਹੈ। ਜੇਕਰ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਅਤੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਵੇਂ ਪਹੁੰਚੇ, ਮਤਲਬ ਕਿ ਇਹ ਸਭ ਕੁਝ ਸਾਨੂੰ ਇਤਿਹਾਸ ਦੇ ਅਧਿਐਨ ਤੋਂ ਹੀ ਪਤਾ ਚੱਲਦਾ ਹੈ। ਇਸ ਲਈ ਇਤਿਹਾਸ ਸਾਡੇ ਲਈ ਬਹੁਤ ਜ਼ਰੂਰੀ ਹੈ, ਇਸ ਦਾ ਅਧਿਐਨ ਬਹੁਤ ਜ਼ਰੂਰੀ ਹੈ। ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਇਤਿਹਾਸ ਕੀ ਹੁੰਦਾ ਹੈ ਅਤੇ ਅਸੀਂ ਇਸ ਦਾ ਅਧਿਐਨ ਕਿਉਂ ਕਰਦੇ ਹਾਂ, ਮਤਲਬ ਕਿ ਇਸ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ। ਹੁਣ ਆਪਾਂ ਇਤਿਹਾਸ ਦੇ ਲੈਸਨ ਪਹਿਲੇ ਸਿੰਧ ਘਾਟੀ ਦੀ ਸਭਿਅਤਾ ਬਾਰੇ ਸੰਖੇਪ ਦੇ ਵਿੱਚ ਪੜ੍ਹਾਂਗੇ। ਦੇਖੋ, ਸਿੰਧ ਘਾਟੀ ਸਭਿਅਤਾ ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਅਤਾ ਹੈ। ਜਿਹੜੀ ਸਿੰਧ ਘਾਟੀ ਦੀ ਸਭਿਅਤਾ ਹੈ ਇਹ ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਅਤਾ ਮੰਨੀ ਜਾਂਦੀ ਹੈ। ਇਸ ਸਭਿਅਤਾ ਦੀ ਸਭ ਤੋਂ ਪਹਿਲਾਂ 1921 ਵਿੱਚ ਸ਼੍ਰੀ ਦਇਆ ਰਾਮ ਸਾਹਨੀ ਨੇ ਹੜੱਪਾ ਵਿਖੇ ਖੋਜ ਕੀਤੀ ਸੀ। ਜਿਹੜੀ ਇਹ ਸਭਿਅਤਾ ਵਾ ਇਸ ਦੀ ਸਭ ਤੋਂ ਪਹਿਲਾਂ ਖੋਜ ਦਇਆ ਰਾਮ ਸਾਹਨੀ ਨੇ ਕੀਤੀ ਸੀ 1921 ਵਿੱਚ ਹੜੱਪਾ ਵਿਖੇ। ਇਸ ਲਈ ਸਿੰਧ ਘਾਟੀ ਦੀ ਸਭਿਅਤਾ ਨੂੰ ਹੜੱਪਾ ਸਭਿਅਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਦੀ ਸਭ ਤੋਂ ਪਹਿਲਾਂ ਖੋਜ ਹੜੱਪਾ ਵਿਖੇ ਹੋਈ ਸੀ। ਇਸ ਕਰਕੇ ਇਸ ਨੂੰ ਹੜੱਪਾ ਸਭਿਅਤਾ ਵੀ ਆਖਿਆ ਜਾਂਦਾ ਹੈ। ਇਸ ਸਭਿਅਤਾ ਨੂੰ ਕਾਂਸੀ ਯੁਗੀਨ ਸਭਿਅਤਾ ਵੀ ਆਖਿਆ ਜਾਂਦਾ ਹੈ, ਕਿਉਂਕਿ ਇਸ ਸਭਿਅਤਾ ਦੇ ਲੋਕ ਆਪਣੇ ਬਰਤਨ, ਮੂਰਤੀਆਂ ਅਤੇ ਔਜ਼ਾਰ ਬਣਾਉਣ ਲਈ ਕਾਂਸੀ ਦੀ ਪ੍ਰਮੁੱਖ ਰੂਪ ਵਿੱਚ ਵਰਤੋਂ ਕਰਦੇ ਸਨ।
ਦੇਖੋ ਇਸ ਨੂੰ ਕਾਂਸੀ ਯੁਗੀਨ ਸੱਭਿਅਤਾ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜੇ ਕਾਂਸੀ ਇੱਕ ਧਾਤੂ ਹੈ, ਤਾਂ ਮਤਲਬ ਕਿ ਜਿਹੜੇ ਲੋਕ ਸੀ ਉਸ ਸਮੇਂ ਦੇ ਜਿਹੜੇ ਆਪਣੇ ਬਰਤਨ ਹੋ ਗਏ, ਮੂਰਤੀਆਂ, ਔਜ਼ਾਰ ਬਣਾਉਣ ਲਈ ਇਸ ਧਾਤੂ ਦੀ ਵਰਤੋਂ ਕਰਦੇ ਸਨ। ਇਸ ਲਈ ਇਸ ਨੂੰ ਕਾਂਸੀ ਯੁਗੀਨ ਸੱਭਿਅਤਾ ਵੀ ਕਹਿੰਦੇ ਹਨ। ਇਸ ਸੱਭਿਅਤਾ ਦੇ ਪਾਕਿਸਤਾਨ ਵਿੱਚ ਪ੍ਰਮੁੱਖ ਕੇਂਦਰ ਹੜੱਪਾ ਅਤੇ ਮੋਹਨਜੋਦੜੋ ਅਤੇ ਭਾਰਤ ਵਿੱਚ ਸੰਗੋਲ, ਕਾਲੀਬੰਗਾ, ਮਿਥਾਤਲ, ਆਲਮਗੀਰ ਅਤੇ ਲੋਥਲ ਹੈ। ਮਤਲਬ ਕਿ ਇਹ ਸੱਭਿਅਤਾ ਦੇ ਪ੍ਰਮੁੱਖ ਕੇਂਦਰ ਆ ਹੜੱਪਾ ਅਤੇ ਮੋਹਨਜੋਦੜੋ, ਇਹ ਦੋਨੇ ਕੇਂਦਰ ਪਾਕਿਸਤਾਨ ਦੇ ਵਿੱਚ ਹੈ। ਅਤੇ ਭਾਰਤ ਵਿੱਚ ਦੇਖੋ ਕਿਹੜੇ ਕਿਹੜੇ ਕੇਂਦਰ ਆ, ਸੰਗੋਲ ਆ, ਕਾਲੀਬੰਗਾ, ਮਿਥਾਤਲ, ਆਲਮਗੀਰ ਅਤੇ ਲੋਥਲ। ਦੇਖੋ ਸਿੰਧ ਘਾਟੀ ਦੀ ਸੱਭਿਅਤਾ ਦੀ ਨਗਰ ਯੋਜਨਾ ਬੜੀ ਉੱਚ ਕੋਟੀ ਦੀ ਸੀ। ਮਤਲਬ ਕਿ ਸਿੰਧ ਘਾਟੀ ਜਿਹੜੀ ਨਗਰ ਯੋਜਨਾ, ਮਤਲਬ ਕਿ ਉਹਨਾਂ ਦੇ ਮਕਾਨ ਬਣਾਉਣ ਦਾ ਤਰੀਕਾ ਬਹੁਤ ਹੀ ਉੱਚ ਕੋਟੀ ਦਾ ਸੀ। ਮਕਾਨ ਇੱਕ ਤਰਤੀਬ ਅਨੁਸਾਰ ਬਣਾਏ ਜਾਂਦੇ ਹਨ। ਤਰਤੀਬ ਮਤਲਬ ਇਹ ਬਹੁਤ ਹੀ ਸਿਸਟੇਮੈਟਿਕਲੀ ਬਣਾਏ ਜਾਂਦੇ ਸਨ। ਸੜਕਾਂ ਅਤੇ ਗਲੀਆਂ ਚੌੜੀਆਂ ਹੁੰਦੀਆਂ ਸਨ। ਸੜਕਾਂ 'ਤੇ ਰੋਸ਼ਨੀ ਦਾ ਪ੍ਰਬੰਧ ਹੁੰਦਾ ਸੀ। ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਨਗਰ ਯੋਜਨਾ ਸੀ ਕਾਫੀ ਉੱਚ ਕੋਟੀ ਦੀ ਸੀ। ਕਿ ਦੇਖੋ ਸਿੰਧ ਘਾਟੀ ਸੱਭਿਅਤਾ ਦੇ ਲੋਕ ਬੜੇ ਸਫਾਈ ਪਸੰਦ ਸਨ। ਮਤਲਬ ਕਿ ਉਸ ਸਮੇਂ ਦੇ ਲੋਕਾਂ ਨੂੰ ਜਿਹੜੀ ਸਫਾਈ ਬੜੀ ਪਸੰਦ ਸੀ। ਉਹਨਾਂ ਦਾ ਸਮਾਜ ਜਾਤ ਪਾਤ 'ਤੇ ਆਧਾਰਿਤ ਨਹੀਂ ਸੀ। ਮਤਲਬ ਕਿ ਉਸ ਟਾਈਮ ਸਮਾਜ ਵਿੱਚ ਕੋਈ ਜਾਤ ਪਾਤ ਨਹੀਂ ਸੀ, ਕੋਈ ਉੱਚਾ ਨੀਵਾਂ ਨਹੀਂ ਸੀ। ਸਮਾਜ ਵਿੱਚ ਇਸਤਰੀਆਂ ਨੂੰ ਉੱਚ ਸਥਾਨ ਪ੍ਰਾਪਤ ਸੀ ਅਤੇ ਉਸ ਸਮੇਂ ਇਸਤਰੀਆਂ ਦਾ ਵੀ ਬਹੁਤ ਆਦਰ ਕੀਤਾ ਜਾਂਦਾ ਸੀ ਅਤੇ ਉਹ ਬੜੀਆਂ ਫੈਸ਼ਨ ਪਸੰਦ ਸਨ। ਭਾਵ ਕਿ ਅੱਜ ਦੀਆਂ ਔਰਤਾਂ ਦੀਆਂ ਤਰ੍ਹਾਂ ਉਸ ਸਮੇਂ ਦੀਆਂ ਔਰਤਾਂ ਵੀ ਬੜੀਆਂ ਫੈਸ਼ਨ ਪਸੰਦ ਸਨ। ਭਾਵ ਉਹਨਾਂ ਨੂੰ ਵੀ ਹਾਰ ਸ਼ਿੰਗਾਰ ਦਾ ਕਾਫੀ ਸ਼ੌਂਕ ਸੀ। ਦੇਖੋ ਅੱਗੇ ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਬੜਾ ਖੁਸ਼ਹਾਲ ਸੀ। ਜਿਹੜੇ ਦੇਖੋ ਸਿੰਧ ਘਾਟੀ ਸੱਭਿਅਤਾ ਦੇ ਲੋਕ ਆ, ਉਹਨਾਂ ਦਾ ਆਰਥਿਕ ਜੀਵਨ ਵੀ ਬੜਾ ਖੁਸ਼ਹਾਲ ਸੀ। ਖੇਤੀਬਾੜੀ ਅਤੇ ਪਸ਼ੂ ਪਾਲਣ ਉਹਨਾਂ ਦੇ ਮੁੱਖ ਧੰਦੇ ਸਨ। ਮਤਲਬ ਕਿ ਉਹਨਾਂ ਦੇ ਮੁੱਖ ਧੰਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਸੀ। ਉਹਨਾਂ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬੜਾ ਉੱਨਤ ਸੀ। ਮਤਲਬ ਕਿ ਜਿਹੜਾ ਅੰਦਰੂਨੀ ਵਪਾਰ ਸੀ ਅਤੇ ਵਿਦੇਸ਼ੀ ਵਪਾਰ ਦੋਨੇ ਹੀ ਬੜੇ ਵਿਕਸਿਤ ਸਨ। ਅੰਦਰੂਨੀ ਵਪਾਰ ਕੀ ਹੁੰਦਾ ਵਾ ਕਿ ਦੇਸ਼ ਦੇ ਅੰਦਰ ਹੋਣ ਵਾਲੇ ਵਪਾਰ ਨੂੰ ਆਪਾਂ ਅੰਦਰੂਨੀ ਵਪਾਰ ਕਹਿੰਦੇ ਹਾਂ। ਜਿਹੜਾ ਮਤਲਬ ਕਿ ਕਿਸੇ ਦੂਸਰੇ ਦੇਸ਼ ਨਾਲ ਜਿਹੜਾ ਵਪਾਰ ਹੁੰਦਾ ਉਸ ਨੂੰ ਆਪਾਂ ਵਿਦੇਸ਼ੀ ਵਪਾਰ ਕਹਿੰਦੇ ਹਾਂ। ਇਹ ਦੋਨੇ ਤਰ੍ਹਾਂ ਦੇ ਵਪਾਰ ਉਸ ਸਮੇਂ ਬੜੇ ਵਿਕਸਿਤ ਸੀ। ਦੇਖੋ ਸਿੰਧ ਘਾਟੀ ਸੱਭਿਅਤਾ ਦੇ ਲੋਕ ਦੇਵੀ ਮਾਂ ਦੀ ਸਭ ਤੋਂ ਵੱਧ ਪੂਜਾ ਕਰਦੇ ਸਨ। ਜਿਹੜੇ ਸਿੰਧ ਘਾਟੀ ਦੇ ਲੋਕ ਆ ਉਹ ਸਭ ਤੋਂ ਜ਼ਿਆਦਾ ਪੂਜਾ ਦੇਵੀ ਮਾਂ ਦੀ ਕਰਦੇ ਸਨ। ਇਸ ਤੋਂ ਇਲਾਵਾ ਉਹ ਸ਼ਿਵਜੀ, ਪਸ਼ੂਆਂ, ਪੰਛੀਆਂ, ਰੁੱਖਾਂ, ਸੂਰਜ ਆਦਿ ਦੀ ਵੀ ਪੂਜਾ ਕਰਦੇ ਸਨ। ਮਤਲਬ ਕਿ ਉਹ ਸ਼ਿਵਜੀ, ਪਸ਼ੂਆਂ, ਪੰਛੀਆਂ, ਰੁੱਖਾਂ ਆਦਿ ਦੀ ਵੀ ਪੂਜਾ ਕਰਦੇ ਸਨ। ਉਹ ਜਾਦੂ ਟੋਣਿਆਂ ਵਿੱਚ ਵੀ ਵਿਸ਼ਵਾਸ ਰੱਖਦੇ ਸਨ। ਮਤਲਬ ਕਿ ਉਸ ਸਮੇਂ ਵੀ ਵਹਿਮ ਭਰਮ ਵਿਕਸਿਤ ਸੀ। ਮਤਲਬ ਕਿ ਉਹ ਜਾਦੂ ਟੋਣਿਆਂ ਵਿੱਚ ਵਿਸ਼ਵਾਸ ਰੱਖਦੇ ਸਨ। ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਨੇ ਕਲਾ ਦੇ ਖੇਤਰ ਵਿੱਚ ਕਾਫੀ ਪ੍ਰਗਤੀ ਕੀਤੀ ਸੀ। ਮਤਲਬ ਕਿ ਕਲਾ ਦੇ ਖੇਤਰ ਵਿੱਚ ਉਹਨਾਂ ਨੇ ਕਾਫੀ ਤਰੱਕੀ ਕੀਤੀ ਸੀ। ਉਹ ਕਈ ਕਿਸਮਾਂ ਦੀਆਂ ਮੂਰਤੀਆਂ, ਗਹਿਣੇ, ਭਾਂਡੇ ਅਤੇ ਖਿਡੌਣੇ ਆਦਿ ਬਣਾਉਣਾ ਜਾਣਦੇ ਸਨ। ਉਹ ਮੋਹਰਾਂ ਬਣਾਉਣ ਵਿੱਚ ਵੀ ਬੜੇ ਮਾਹਿਰ ਸਨ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੂਰਤੀਆਂ, ਗਹਿਣੇ, ਭਾਂਡੇ, ਖਿਡੌਣੇ ਸਾਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੀ ਖੁਦਾਈ ਤੋਂ ਪ੍ਰਾਪਤ ਹੋਏ ਆ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਟਾਈਮ ਦੇ ਲੋਕਾਂ ਨੇ ਕਲਾ ਦੇ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਸੀ। ਅੱਗੇ ਦੇਖੋ, ਜੇ ਸਿੰਧ ਘਾਟੀ ਸੱਭਿਅਤਾ ਦੀ ਲਿਪੀ ਨੂੰ ਪੜ੍ਹ ਲਿਆ ਜਾਏ ਤਾਂ ਇਸ ਸੱਭਿਅਤਾ ਬਾਰੇ ਵਧੇਰੇ ਚਾਨਣਾ ਪਾਇਆ ਜਾ ਸਕੇਗਾ। ਜਿਹੜੀ ਦੇਖੋ ਸਿੰਧ ਘਾਟੀ ਦੀ ਸੱਭਿਅਤਾ ਵਾ, ਇਸ ਦੀ ਹਜੇ ਜਿਹੜੀ ਲਿਪੀ ਆ ਇਸ ਨੂੰ ਪੜ੍ਹਿਆ ਨਹੀਂ ਜਾ ਸਕਿਆ। ਜੇ ਇਸ ਨੂੰ ਪੜ੍ਹ ਲਿਆ ਜਾਵੇ ਤਾਂ ਇਸ ਸੱਭਿਅਤਾ ਦੇ ਬਾਰੇ ਸਾਨੂੰ ਹੋਰ ਵੀ ਕਈ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਦੇਖੋ 1992 ਵਿੱਚ ਬਿਹਾਰ ਦੇ ਦੋ ਵਿਦਵਾਨਾਂ NK ਵਰਮਾ ਅਤੇ ਅਰੁਣ ਪਾਠਕ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸਿੰਧ ਘਾਟੀ ਸੱਭਿਅਤਾ ਦੀ ਲਿਪੀ ਨੂੰ ਪੜ੍ਹ ਲਿਆ ਹੈ। ਪਰ ਇਸ ਗੱਲ ਦੀ ਹੋਰਨਾਂ ਵਿਦਵਾਨਾਂ ਦੁਆਰਾ ਪੁਸ਼ਟੀ ਕੀਤੀ ਜਾਣੀ ਹਾਲੇ ਬਾਕੀ ਹੈ। 1992 ਵਿੱਚ ਦੋ ਵਿਦਵਾਨ ਸੀ ਬਿਹਾਰ ਦੇ, ਇੱਕ NK ਵਰਮਾ ਅਤੇ ਅਰੁਣ ਪਾਠਕ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਨੂੰ
ਪੜ੍ਹ ਲਿਆ ਹੈ, ਪਰ ਉਸ ਦੀ ਹਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਦੇਖੋ, ਬੇਸ਼ੱਕ ਇਹ ਸੱਭਿਅਤਾ ਕਈ ਕਾਰਨਾਂ ਕਰਕੇ ਅਲੋਪ ਹੋ ਗਈ, ਪਰ ਉਸ ਦੀ ਛਾਪ ਅੱਜ ਵੀ ਭਾਰਤੀ ਜੀਵਨ 'ਤੇ ਕਈ ਪੱਖਾਂ ਵਿੱਚ ਵੇਖਣ ਨੂੰ ਮਿਲਦੀ ਹੈ। ਜਿਹੜੀ ਇਹ ਸੱਭਿਅਤਾ ਸੀ, ਕਈ ਕਾਰਨਾਂ ਕਰਕੇ ਇਹ ਅਲੋਪ ਹੋ ਗਈ। ਇਸ 'ਤੇ ਹਜੇ ਕੋਈ ਠੋਸ ਕਾਰਨ ਨਹੀਂ ਮਿਲੇ ਕਿ ਇਹ ਸੱਭਿਅਤਾ ਕਿਸ ਕਾਰਨ ਅਲੋਪ ਹੋ ਗਈ ਸੀ, ਪਰ ਇਸ ਸੱਭਿਅਤਾ ਦਾ ਭਾਰਤੀ ਜੀਵਨ 'ਤੇ ਅਸਰ ਮਤਲਬ ਕਿ ਪ੍ਰਭਾਵ ਹਜੇ ਵੀ ਵੇਖਣ ਨੂੰ ਮਿਲਦਾ ਹੈ। ਮਤਲਬ ਕਿ ਕਈ ਇਹੋ ਜਿਹੀਆਂ ਗੱਲਾਂ ਸਿੰਧ ਘਾਟੀ ਸੱਭਿਅਤਾ ਦੀਆਂ ਜਿਸ ਦਾ ਪ੍ਰਭਾਵ ਅੱਜ ਵੀ ਸਾਡੀ ਭਾਰਤੀ ਸੱਭਿਅਤਾ 'ਤੇ ਦੇਖਣ ਨੂੰ ਮਿਲਦਾ ਹੈ। ਜਿੱਦਾਂ ਅਸੀਂ ਪਿੱਛੇ ਪੜ੍ਹਿਆ ਕਿ ਲੋਕ ਦੇਵੀ ਮਾਂ ਦੀ ਪੂਜਾ ਕਰਦੇ ਸਨ, ਸ਼ਿਵ ਜੀ ਦੀ ਪੂਜਾ ਕਰਦੇ ਸਨ, ਪਸ਼ੂ ਪੰਛੀਆਂ ਰੁੱਖਾਂ ਦੀ ਪੂਜਾ ਕਰਦੇ ਸਨ। ਉਹ ਚੀਜ਼ਾਂ ਹਜੇ ਵੀ ਸਾਡੇ ਸਮਾਜ ਵਿੱਚ ਪਾਈਆਂ ਜਾਂਦੀਆਂ ਹਨ। ਇਸ ਤੋਂ ਮਤਲਬ ਕਿ ਪਤਾ ਲੱਗਦਾ ਹੈ ਕਿ ਜਿਹੜੀ ਸਿੰਧੂ ਘਾਟੀ ਸੱਭਿਅਤਾ ਦਾ ਪ੍ਰਭਾਵ ਹੈ ਹਜੇ ਵੀ ਸਾਡੇ ਸਮਾਜ ਵਿੱਚ ਦੇਖਣ ਨੂੰ ਮਿਲਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਸੰਬੰਧੀ ਸਾਡੀ ਜਾਣਕਾਰੀ ਦਾ ਮੁੱਖ ਸੋਮਾ ਪੁਰਾਤਾਤਵਿਕ ਸਮੱਗਰੀ ਹੈ। ਮਤਲਬ ਕਿ ਇਹਦਾ ਮੁੱਖ ਸੋਮਾ ਕੀ ਆ? ਪੁਰਾਤਾਤਵਿਕ ਸਮੱਗਰੀ। ਪੁਰਾਤਾਤਵਿਕ ਸਮੱਗਰੀ ਕੀ ਹੁੰਦੀ ਆ? ਜਿਹਦੇ ਵਿੱਚ ਭਾਂਡੇ ਆ ਜਾਂਦੇ, ਸਿੱਕੇ ਆ ਜਾਂਦੇ ਆ, ਪੁਰਾਣੇ ਖੰਡਰ ਆ ਜਾਂਦੇ। ਮਤਲਬ ਕਿ ਸਾਡੇ ਕੋਲ ਇਹੀ ਮਤਲਬ ਕਿ ਸੋਮੇ ਆ ਜਿਸ ਤੋਂ ਸਾਨੂੰ ਸਿੰਧੂ ਘਾਟੀ ਦੇ ਸੱਭਿਅਤਾ ਦੇ ਬਾਰੇ ਜਾਣਕਾਰੀ ਮਿਲਦੀ ਹੈ। ਅੱਜ ਅਸੀਂ ਇਸ ਵੀਡੀਓ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਸੰਖੇਪ ਦੇ ਵਿੱਚ ਪੜ੍ਹਿਆ। ਇਸ ਦੀ ਅਗਲੀ ਵੀਡੀਓ ਵਿੱਚ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਦੀ ਨਗਰ ਯੋਜਨਾ ਬਾਰੇ ਪੜ੍ਹਾਂਗੇ।